ਲੇਡੀ ਡਾਕਟਰ ਨੇ ਮੁੰਡੇ ਨੂੰ ਨਿਚੋੜ ਕੇ ਰੱਖ ਦਿੱਤਾ। ਸਿਰਫ ਰਾਤ ਦੇ ਟਾਈਮ ਤੇ ਬਹਿੰਦੀ ਸੀ। ਜਿਤਨੇ ਜਵਾਨ ਮੁੰਡੇ ਨੇ ਰਾਤ ਦੇ ਟਾਈਮ ਉਹਦੇ ਕੋਲ ਪਹੁੰਚੇ ਹੁੰਦੇ ਸੀ, ਕਿਸੇ ਦੇ ਪੇਟ 'ਚ ਦਰਦ ਹੁੰਦਾ, ਕਿਸੇ ਦੀ ਕਮਰ 'ਚ ਦਰਦ ਹੁੰਦਾ। ਅਸਲ ਹਕੀਕਤ ਇਹ ਹੁੰਦੀ ਸੀ, ਅੰਦਰ ਲੈ ਜਾਂਦੀ, ਜਾ ਕੇ ਵੀਲ ਚੇਅਰ ਤੇ ਲੰਮਿਆਂ ਪਾਉਂਦੀ ਸੀ, ਸਿਰ ਤੋਂ ਲੈ ਕੇ ਪੈਰਾਂ ਤੱਕ ਇਸ ਤਰ੍ਹਾਂ ਚੈੱਕ ਕਰਦੀ। ਜਿਸ ਵੇਲੇ ਜਵਾਨ ਮੁੰਡਾ ਕੰਟਰੋਲ ਤੋਂ ਬਾਹਰ ਹੋ ਜਾਂਦਾ, ਆਪੂ ਚੁੱਪ ਕਰਕੇ ਬਾਹਰ ਆ ਜਾਂਦੀ ਸੀ। ਨਰਸ ਉਹਦੇ ਕੋਲ ਟੁਰ ਜਾਂਦੀ ਸੀ, ਦੱਸਦੀ ਸੀ ਆਹ ਦਵਾਈ ਲੈਣੀ ਆ। ਉਹ ਕਹਿੰਦਾ ਦਵਾਈ ਲੈਣੀ ਹੈ, ਦੇ 10,000 ਰੁਪਇਆ ਤੈਨੂੰ ਦਵਾਈ ਦੀ ਹੈ। ਉਹ 10,000 ਰੁਪਇਆ ਦਿੰਦਾ ਤੇ 10 ਮਿੰਟਾਂ ਬਾਅਦ ਅਗਲਾ ਠੀਕ ਠਾਕ ਬਾਹਰ ਆ ਜਾਂਦਾ। ਸਾਰਿਆਂ ਨੂੰ ਪਤਾ ਸੀ ਕਿ ਇਹ ਅੱਗੇ ਪਿੱਛੇ ਸਪਲਾਈ ਵੀ ਕਰਦੀ ਹੈ। ਹਕੀਕਤ ਸਿਰਫ ਇੱਕੋ ਨਰਸ ਹੈ, ਬਾਕੀ ਜਿਹੜੀਆਂ ਨੇ ਹੋਰ ਹੀ ਕਾਰੋਬਾਰ ਇੱਥੇ ਕਰਦੀਆਂ, ਲੇਕਿਨ ਉਹਨਾਂ ਦਾ ਸਿਲਸਿਲਾ ਚੱਲਿਆ ਸੀ। ਜਵਾਨ ਕਹਿੰਦਾ ਮੈਂ ਇੰਗਲੈਂਡ ਤੋਂ ਗਿਆ ਸਾਂ, ਇਹ 2 ਦਿਨ ਹੋਏ ਸੀ ਮੈਨੂੰ ਗਿਆ, ਤੇ ਮੇਰਾ ਯਾਰ ਕਹਿੰਦਾ ਆ ਤੇਰਾ ਚੈੱਕਅਪ ਕਰਵਾ ਲਿਆਵਾ। ਕਹਿੰਦਾ ਮੈਂ ਕਿਹਾ ਨਹੀਂ ਯਾਰ, ਮੈਂ ਉੱਥੇ ਇੰਗਲੈਂਡ ਆਪਣਾ ਸਾਰਾ ਚੈੱਕਅਪ ਕਰਾਇਆ, ਮੈਂ ਬਿਲਕੁਲ ਠੀਕ ਠਾਕ ਹਾਂ। ਕਹਿੰਦਾ ਚੱਲ ਤੇ ਸਹੀ ਮੇਰੇ ਨਾਲ ਇੱਕ ਵਾਰੀ ਆਪਣਾ ਇੱਥੇ ਵੀ ਪਾਕਿਸਤਾਨ ਚੈੱਕਅਪ ਕਰਾ ਲੈ। ਕਹਿੰਦਾ ਇਸ ਵੇਲੇ ਸ਼ਾਮਾਂ ਦੇ ਟਾਈਮ ਤੇ ਮੈਨੂੰ ਉੱਥੇ ਲੈ ਕੇ ਗਿਆ, ਤੇ ਉੱਥੇ ਅੱਗੇ ਲੇਡੀ ਡਾਕਟਰ ਬੈਠੀ ਸੀ। ਮੈਨੂੰ ਕਹਿੰਦੀ ਹੈ ਕਿ ਤੈਨੂੰ ਮਸਲਾ? ਕਹਿੰਦਾ ਮੈਂ ਕਿਹਾ ਮੈਨੂੰ ਕੋਈ ਮਸਲਾ ਨਹੀਂ, ਮੇਰਾ ਦੋਸਤ ਕਹਿੰਦਾ ਕਿ ਤੂੰ ਇੱਕ ਵਾਰੀ ਰੂਟੀਨ ਦਾ ਚੈੱਕਅਪ ਕਰਾ ਲੈ। ਕਹਿੰਦਾ ਮੈਨੂੰ ਇੰਜ ਲੱਗਾ ਕਿ ਮੇਰਾ ਦੋਸਤ ਜਿਹੜਾ ਉਹਨੂੰ ਜਾਣਦਾ ਹੀ, ਅੱਗੇ ਵੀ ਇਹ ਆਉਂਦਾ ਰਹਿੰਦਾ। ਕਹਿੰਦੇ ਚਲੋ ਅੰਦਰ ਆ ਜਾਓ। ਕਹਿੰਦਾ ਜਿਸ ਵੇਲੇ ਮੈਂ ਅੰਦਰ ਗਿਆ ਤੇ ਸਟੇਚਰ ਤੇ ਲੰਮਿਆ ਪਾਇਆ, ਤੇ ਕਹਿੰਦਾ ਬੜੇ ਆਰਾਮ ਸਕੂਨ ਨਾਲ ਉਹਨੇ ਮੈਨੂੰ ਚੈੱਕ ਕੀਤਾ। ਚੈੱਕ ਕਰਕੇ ਕਹਿੰਦੀ ਚਲੋ ਤੁਸੀਂ ਉੱਠ ਜਾਓ। ਕਹਿੰਦਾ ਜਿਸ ਵੇਲੇ ਮੈਂ ਉੱਠ ਗਿਆ, ਨਾਲ ਹੀ ਸਾਈਡ ਤੇ ਕਮਰੇ 'ਚ ਲੈ ਗਈ, ਉੱਥੇ ਚਾਹ ਮੰਗਾਈ, ਬਿਸਕਿਟ ਮੰਗਾਏ। ਅਸੀਂ ਉੱਥੇ ਬਹਿ ਰਹੇ ਗੱਪਸ਼ਪ ਲਾਉਂਦੇ ਰਹੇ। ਕਹਿੰਦੇ ਬੇਟਾ ਸਾਡੇ ਘਰ ਕਿਰੇ ਚੱਕਰ ਲਾਓ ਨਾ। ਕਹਿੰਦਾ ਮੈਨੂੰ ਬੜੀ ਚੰਗੀ ਲੱਗੀ ਉਹਦੀ ਤਬੀਅਤ ਜਿਹੜੀ ਹੈ। ਕਹਿੰਦਾ ਠੀਕ ਹੈ ਮੈਂ ਲਾਂਗਾ ਚੱਕਰ। ਕਹਿੰਦਾ ਉਹਨੇ ਫਿਰ ਦੁਬਾਰਾ ਜਿਸ ਵੇਲੇ ਫੋਨ ਕੀਤਾ, ਤੇ ਮੈਂ ਤੇ ਮੇਰਾ ਦੋਸਤ ਉਹਦੇ ਘਰ ਟੁਰ ਗਏ। ਕਹਿੰਦਾ ਜਿਸ ਵੇਲੇ ਉੱਥੇ ਗਿਆ ਤੇ ਟੇਬਲ ਤੇ ਇਤਨਾ ਜ਼ਿਆਦਾ ਉਹਨੇ ਖਾਣਾ ਲਾਇਆ, ਦੇਖ ਕੇ ਤੇ ਮੇਰੀ ਤਬੀਅਤ ਖੁਸ਼ ਹੋ ਗਈ ਕਿ ਇਤਨੀ ਰਿਸਪੈਕਟ। ਕਹਿੰਦਾ ਨਾਲ ਹੀ ਜਿਸ ਵੇਲੇ ਉਹਦੀ ਕੁੜੀ ਆਈ ਤੇ ਦੇਖ ਕੇ ਮੈਂ ਪਰੇਸ਼ਾਨ ਹੀ ਹੋ ਗਿਆ। ਲੰਮੇ ਲੰਮੇ ਉਹਦੇ ਵਾਲ ਤੇ ਮੇਕਅਪ ਉਹਨੇ ਕੀਤਿਆ, ਇਤਨੀ ਸੋਹਣੀ, ਦਿਲ ਕਰੇ ਮੇਰਾ ਕਿ ਉੱਠ ਕੇ ਫਟਫਟ ਇਹਨੂੰ ਕਲਾਵਾ ਮਾਰ ਲਾਂ। ਕਹਿੰਦਾ ਬਹਰਹਾਲ ਥੋੜੀ ਦੇਰ ਖਾਣਾ ਖਾਦਾ, ਮੇਰਾ ਦੋਸਤ ਤੇ ਉਹ ਜਿਹੜੀ ਹੈ ਸੈਰ ਤੇ ਟੁਰ ਗਏ। ਉਹ ਕੁੜੀ ਜਿਹੜੀ ਹੈ ਮੇਰੇ ਕੋਲ ਬਹਿ ਕੇ ਗੱਪਾ ਛੱਪਾ ਲਾਉਂਦੀ ਰਹੀ, ਮੈਨੂੰ ਪੁੱਛਦੀ ਰਹੀ ਤੁਸੀਂ ਕਦੋਂ ਆਏ ਹੋ, ਕਿਤਨਾ ਅਰਸਾ ਹੋ ਗਿਆ। ਤੇ ਕਹਿੰਦਾ ਮੰਮੀ ਉਹਦੇ ਕੋਲ ਪੁੱਛਿਆ ਤੇ ਕਹਿੰਦੀ ਮੈਂ ਯੂਨੀਵਰਸਿਟੀ ਵਗੈਰਾ ਪੜ੍ਹਨੀ ਹੈ। ਤੇ ਇਸ ਤਰ੍ਹਾਂ ਕਹਿੰਦਾ ਗੱਪਸ਼ਪ ਸਾਡੀ ਚੰਗੀ ਭਲੀ ਹੋ ਗਈ। ਕਹਿੰਦਾ ਨਾਲ ਹੀ ਮੈਨੂੰ ਆਖਿਆ ਕਿ ਆਂਟੀ ਤੁਹਾਨੂੰ ਕੋਈ ਮਸਲਾ ਤਾਂ ਨਹੀਂ ਅਗਰ ਮੈਂ ਆਪਣੇ ਅੰਮੀ ਅੱਬੂ ਨੂੰ ਵੀ ਤੁਹਾਡੇ ਘਰ ਲੈ ਆਵਾਂ? ਮੈਂ ਕਿਹਾ ਬੇਟਾ ਸਾਨੂੰ ਕੋਈ ਮਸਲਾ ਨਹੀਂ, ਜਿਸ ਟਾਈਮ ਤੇਰਾ ਦਿਲ ਕਰਦਾ ਤੂੰ ਉਹਨਾਂ ਨੂੰ ਲੈ ਆ, ਅਸੀਂ ਤੇ ਬੜੇ ਖੁਸ਼ ਹੋਵਾਂਗੇ। ਕਹਿੰਦਾ ਮੈਂ ਕਿਹਾ ਠੀਕ ਹੈ, ਫਿਰ ਐਤਵਾਰ ਵਾਲੇ ਦਿਨ ਮੈਂ ਆਪਣੇ ਅੰਮੀ ਅੱਬੂ ਨੂੰ ਲੈ ਆਵਾਂਗਾ। ਕਹਿੰਦਾ ਇਸੇ ਤਰ੍ਹਾਂ ਹੋਇਆ। ਮੈਂ ਜਿਸ ਵੇਲੇ ਉਹਨਾਂ ਨੂੰ ਆਖਿਆ ਕਿ ਉਹਨਾਂ ਦੇ ਘਰ ਜਾਣਾ, ਅੰਮੀ ਅੱਬੂ ਫਟਾਫਟ ਮੇਰੇ ਨਾਲ ਤਿਆਰ ਹੋ ਗਏ। ਕਹਿੰਦਾ ਜਿਸ ਵੇਲੇ ਇਹਨਾਂ ਦੇ ਘਰ ਆਏ ਤੇ ਇੰਨਾ ਜ਼ਿਆਦਾ ਉਹਨਾਂ ਖਾਣਾ ਛਾਣਾ ਅੱਗੇ ਤਿਆਰ ਕੀਤੇ, ਤੇ ਪੂਰਾ ਸਿਸਟਮ ਜਿਹੜਾ ਨਾ ਉਹਨਾਂ ਅੱਗੇ ਸਜਾਇਆ। ਕਹਿੰਦਾ ਖਾਣਾ ਛਾਣਾ ਖਾ ਕੇ ਤੇ ਅੰਮੀ ਅੱਬੂ ਨੇ ਆਖਿਆ ਕਿ ਤੁਹਾਡੀ ਕੁੜੀ ਸਾਨੂੰ ਬੜੀ ਪਸੰਦ ਹੈ, ਮੁੰਡੇ ਨੂੰ ਬੜੀ ਚੰਗੀ ਲੱਗੀ ਹੈ, ਅਸੀਂ ਤੁਹਾਡੇ ਕੋਲੋਂ ਰਿਸ਼ਤਾ ਕਰਨਾ। ਕਹਿੰਦਾ ਨਾਲੇ ਅਸੀਂ ਅੰਦਰੋਂ ਇਹ ਖੁਸ਼ ਹਾਂ ਕਿ ਡਾਕਟਰ ਨੇ ਇਹ ਤੇ ਚੰਗੀ ਭਲੇ ਸੌਖੇ ਵੀ ਨੇ, ਕੋਈ ਮਸਲਾ ਨਹੀਂ। ਕਹਿੰਦਾ ਸਾਰੀ ਗੱਲ ਫਾਈਨਲ ਹੋ ਗਈ। ਉਹਨਾਂ ਆਖਿਆ ਜੀ ਸਾਨੂੰ ਕੋਈ ਮਸਲਾ ਨਹੀਂ। ਅਸਾਂ ਆਖਿਆ ਕਿ 1 ਹਫ਼ਤੇ ਦੇ ਅੰਦਰ ਅੰਦਰ ਸਾਨੂੰ ਨਿਕਾਹ ਕਰਕੇ ਦਿਓ। ਉਹਨਾਂ ਆਖਿਆ ਠੀਕ ਹੈ ਨਿਕਾਹ ਕਰ ਦਿੰਦੇ ਹਾਂ, ਸਾਨੂੰ ਕੋਈ ਇਸ਼ੂ ਨਹੀਂ ਹੈ। ਕਹਿੰਦਾ ਉਸ ਕੁੜੀ ਨੂੰ ਮੈਂ ਸ਼ਾਪਿੰਗ ਵਾਸਤੇ ਖੜਿਆ, ਆਪਣੇ ਘਰ ਲੈ ਗਿਆ, ਜਾ ਕੇ ਕਮਰੇ 'ਚ ਖੜ ਕੇ ਵਿਆਹ ਤੋਂ ਪਹਿਲਾਂ ਹੀ ਉਹਦੇ ਨਾਲ ਇੰਜੋਇਮੈਂਟ ਮੈਂ ਪੂਰੀ ਕਰ ਲਈ। ਕਹਿੰਦਾ ਇੰਜੋਇਮੈਂਟ ਕਰਕੇ ਉਹ ਰੋਣ ਲੱਗ ਪਈ ਕਿ ਤੂੰ ਮੇਰੇ ਨਾਲ ਕਿਹੜਾ ਕੰਮ ਕੀਤਾ ਹੈ ਤੇ ਸ਼ਾਦੀ ਬਾਅਦ ਕਰਨਾ, ਮੇਰੀ ਅੰਮੀ ਨੂੰ ਪਤਾ ਲੱਗਾ ਤੇ ਇਹ ਤੇ ਬੜਾ ਮਸਲਾ ਬਣੇਗਾ। ਕਹਿੰਦਾ ਮੈਂ ਕਿਹਾ ਤੂੰ ਫਿਕਰ ਨਾ ਕਰ, ਸਾਡੀ ਸ਼ਾਦੀ ਹੋਣ ਵਾਲੀ ਹੈ, ਤੂੰ ਟੈਨਸ਼ਨ ਨਾ ਲੈ, ਬਣਨਾ ਤੇ ਤੂੰ ਮੇਰੀ ਬੀਵੀ ਹੈ। ਕਹਿੰਦਾ ਰੋਈ ਜੇ ਮੈਂ ਉਹਨੂੰ ਚੁੱਪ ਕਰਾਂ। ਕਹਿੰਦਾ ਜਿਸ ਵੇਲੇ ਮੈਂ ਉਹਦੇ ਘਰ ਛੱਡਣ ਆਇਆ ਤੇ ਆ ਕੇ ਦੇਖਿਆ ਤੇ ਅੱਗੇ ਇੱਕ ਪੁਲਿਸ ਵਾਲਾ ਵੀ ਬੈਠੇ ਅੱਗੇ ਬੈਚ ਸ਼ੈਚ ਲਾਏ। ਕਹਿੰਦਾ ਮੈਂ ਜਿਸ ਵੇਲੇ ਬਹਿ ਗਿਆ ਤੇ ਉਹ ਅੱਗੋਂ ਰੋਈ ਜੇ, ਤੇ ਪੁਲਿਸ ਵਾਲੇ ਆਖਿਆ ਇੱਧਰ ਆ ਬੇਟਾ ਕੀ ਗੱਲ ਆ, ਕਿਉਂ ਰੋਣ ਲੱਗੀ? ਕਹਿੰਦਾ ਜਿਸ ਵੇਲੇ ਉਹਦੇ ਕੋਲ ਬੈਠੀ ਤੇ ਉਹ ਬੜੇ ਉਹਦੇ ਤੇ ਹੱਥ ਸ਼ੱਤ ਫੇਰਦਾ ਸੀ ਪਿਆ, ਇੰਜ ਨਹੀਂ ਲੱਗਦਾ ਕਿ ਉਹ ਬੇਟੀ ਵਾਲੇ ਹੱਥ ਫੇਰਦਾ ਪਿਆ। ਉਹ ਕਹਿੰਦੀ ਕਿ ਇਸ ਤਰ੍ਹਾਂ ਜਿਹੜਾ ਇਹਨੇ ਮੇਰੇ ਨਾਲ ਇਹ ਕੰਮ ਕੀਤਾ। ਉਹਨੇ ਆਖਿਆ ਉਹ ਹੋਏ ਤੇ ਤੂੰ ਸ਼ਾਦੀ ਤੋਂ ਬਾਅਦ ਕਰਨਾ ਸੀ। ਕਹਿੰਦਾ ਮੇਰੇ ਕੋਲੋਂ ਗਲਤੀ ਹੋ ਗਈ ਹੈ, ਲੇਕਿਨ ਮੈਂ ਸ਼ਾਦੀ ਤੇ ਕਰਨ ਨੂੰ ਤਿਆਰ ਆ। ਕਹਿੰਦਾ ਅੱਗੋਂ ਪੁਲਿਸ ਵਾਲੇ ਉਹਨੂੰ ਸਮਝਾਇਆ ਕਿ ਕੋਈ ਗੱਲ ਨਹੀਂ, ਚੱਲ ਚੁੱਪ ਕਰ ਜਾ। ਕਹਿੰਦਾ ਅੰਦਰ ਦੀ ਹਕੀਕਤ ਆ ਮੈਨੂੰ ਨਹੀਂ ਸੀ ਪਤਾ ਕਿ ਕੀ ਗੇਮ ਹੋਣ ਵਾਲੀ ਹੈ। ਕਹਿੰਦਾ ਬਹਰਹਾਲ ਸਾਡੀ ਸ਼ਾਦੀ ਹੋ ਗਈ। ਸ਼ਾਦੀ ਤੋਂ ਬਾਅਦ ਜਿਹੜਾ ਕਹਿੰਦਾ ਮੈਂ ਵਾਪਸ ਆ ਗਿਆ। ਕਹਿੰਦਾ ਉਹ ਰਾਬਤੇ 'ਚ ਰਹੀ, ਮੇਰੇ ਕੋਲ ਚੀਜ਼ਾਂ ਮੰਗਾਉਂਦੀ ਰਹੀ, ਗਿਫਟ ਵਗੈਰਾ ਮੰਗਾਉਂਦੀ ਰਹੀ। ਕਹਿੰਦਾ ਜਿਸ ਵੇਲੇ ਮੈਂ ਦੁਬਾਰਾ ਵਾਪਸ ਆਇਆ ਇੱਥੇ ਤੇ ਇਹਦਾ ਵੀਜ਼ਾ ਜਿਹੜਾ ਉਹ ਲੱਗ ਗਿਆ ਸੀ, ਮੈਂ ਇਹਨੂੰ ਨਾਲ ਲੈ ਕੇ ਤੇ ਇੰਗਲੈਂਡ ਜਾਣਾ ਸੀ। ਕਹਿੰਦਾ ਮੈਂ ਜਿਸ ਵੇਲੇ ਹਸਪਤਾਲ ਗਿਆ, ਜਾ ਕੇ ਉਹਦਾ ਗੱਪ ਚੱਕ ਕਹਿੰਦੀ ਇੱਧਰ ਆ ਤੇਰਾ ਜ਼ਰਾ ਚੈੱਕਅਪ ਕਰਾਂ। ਕਹਿੰਦਾ ਜਿਸ ਵੇਲੇ ਮੈਂ ਅੰਦਰ ਗਿਆ, ਜਿਸ ਵੇਲੇ ਮੈਂ ਸਟੇਚਰ ਤੇ ਲੰਮਾ ਪਿਆ, ਕਹਿੰਦਾ ਉਹਨੇ ਮੈਨੂੰ ਚੈੱਕਅਪ ਕਰਨਾ ਸ਼ੁਰੂ ਕੀਤਾ। ਕਹਿੰਦਾ ਉਹਨੇ ਤੇ ਬੇਟਿਆਂ ਵਾਲੀ ਕੋਈ ਹਰਕਤ ਹੀ ਨਹੀਂ ਕੀਤੀ। ਕਹਿੰਦਾ ਮੇਰੇ ਨਾਲ ਇਸ ਤਰ੍ਹਾਂ ਫਰੀ ਹੋ ਗਈ, ਮੇਰੀ ਹਰ ਚੀਜ਼ ਹੀ ਉਹ ਖਾ ਗਈ। ਕਹਿੰਦਾ ਮੈਂ ਤੇ ਬੜਾ ਪਰੇਸ਼ਾਨ ਹੋ ਗਿਆ ਕਿ ਮੇਰੇ ਨਾਲ ਬੜਿਆ ਕੇ ਤੇ ਇੰਗਲਿਸ਼ ਫਿਲਮਾਂ ਨੂੰ ਵੀ ਕ੍ਰਾਸ ਕਰ ਗਈ ਹੈ। ਕਹਿੰਦਾ ਉਹਨੇ ਦਰਵਾਜ਼ੇ ਨੂੰ ਲਾਕ ਕਰ ਦਿੱਤੇ। ਅਸੀਂ ਕਹਿੰਦਾ ਪੂਰਾ ਇੰਜੋਇਮੈਂਟ ਕਰਕੇ ਜਿਸ ਵੇਲੇ ਉਹ ਬਾਹਰ ਆ ਗਈ, ਕਹਿੰਦਾ ਉਹਦਾ ਵੀਜ਼ਾ ਲੱਗਿਆ ਸੀ ਤੇ ਮੈਨੂੰ ਬਾਅਦ ਚ ਪਤਾ ਲੱਗਾ ਕਿ ਉਹ ਜਿਹੜੀ ਕੁੜੀ ਹੈ ਇਹਦੀ ਬੇਟੀ ਨਹੀਂ ਹੈ, ਉਹਦੇ ਕੋਲੋਂ 1.5 ਕਰੋੜ ਰੁਪਈਆ ਲੈ ਆਸੂ ਮੇਰੇ ਨਾਲ ਸ਼ਾਦੀ ਕਰਾਉਣ ਦਾ, ਕਿਉਂਕਿ ਉਹਨੂੰ ਬਾਹਰ ਟੋਰਨਾ ਸੀ। ਕਹਿੰਦਾ ਮੈਨੂੰ ਬੰਦਿਆਂ ਨੇ ਅੱਗੋਂ ਪਿੱਛੇ ਦੁਕਾਨਾਂ ਵਾਲੇ ਦੱਸਿਆ, ਉਹਨਾਂ ਆਖਿਆ ਕਿ ਇਹ ਜਿਹੜੀ ਹੈ ਜ਼ਨਾਨੀਆਂ ਸਪਲਾਈ ਕਰਦੀ ਹੈ ਕੁੜੀਆਂ ਅੱਗੇ ਪਿੱਛੇ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ ਕਿ ਮੇਰੇ ਨਾਲ ਇਹ ਕੀ ਬਣਿਆ। ਕਹਿੰਦਾ ਜਿਹੜੀ ਕੁੜੀ ਨਾਲ ਤੂੰ
शादी की है तो बड़ा अरसा ये काम करती रही है, वड्डे तो वड्डा अफसर जिहड़ा इनू आके तू खड़दा रहा, कहता मैनू टेंशन हो गई, कहता मैं किदे नाल शादी कर लिया, तू वीज़ा भी इहदा लग गया है, कहता मैं इहदा वीज़ा किसी तरीके नाल कैंसल करवावां, कहता मैं बड़ी कोशिश की लेकिन मैं नाकाम हो गया, उन्होंने मेरी सारी गल का पता लग गया सी कि यह हुण साडे हथ नहीं आंदा। कहना पर उसकी टिकट हुई सी वो जी है इंग्लैंड इत्थे पहुँच आई, कहना जिसले इंग्लैंड आई मेरे घर आई, कहना मेरे ना सी मेरा मकान चंगा वड्डा मकान है मेरा, कहना उत्थे आ गई, उत्थे आके जिसे रही तो कहना मैं उन्होंने आख्या कि तू मेरे नाल गलत किया है, तू जड़ा उत्थे यह काम करती सी, उन्हें कहा तेनू केड़ा मसला है, मैं तेरे नाल ठीक हाँ, हुण मैं इत्थे आके कोई इस तरह का काम नहीं करांगी, कहता मैं क्या लेकिन मैं तेरे नाल नहीं रहना, उन्हें कहा नहीं रहना तो मैनू भी कोई एडा शौक नहीं है, यह मकान जड़ा अद्धा हिस्सा मेरा है वो मैनू दे तो मैं तेरे नाल नहीं रहना, कहता मैं क्या हिस्सा शिस्सा तेनू को नहीं देना, कहता बहरहाल ਉਹਦੇ ਕੋਲੋਂ तलाक ਲਈ लेकिन केस किया तो कहता अद्धा हिस्सा बैंक बैलेंस सारा कुछ वो मेरे को लै गई, वो पहले ही उत्थे किसी बंदे नाल इंग्लैंड च राबते च ही, कहता जिसले सारा कुछ लै गई, कहता मैं ये सोचा जाके उस लेडी डॉक्टर नूं जाके मैं फैर मार के ना जो कि मेरी कमाई सी वो सारी लुट के लै गई है, उन्हें विचों हिस्सा लेना सी, कहता मैं इसलिए पाकिस्तान वापस गया जाके मैं वो गुस्सा करा, कहता नाल ही दो बंदे और निकल आए, उन्हें कहा गल सुन जे ज़्यादा बदतमीजी की तेनों इत्थे ऑपरेशन करके तो थां ते ही मार देंगे, फिर असीं आखांगे इहदा ऑपरेशन पे करते सा वो नाकाम हो गया, कहता मेरे होर पसीने छुट गए कि मेरे नाल के बन गया, मैं कित्थे फस गया, कहता मैं उन्होंने कोलों माफ़ी मंगी, मैं क्या मैं दोबारा इस तरह का कोई काम नहीं करा, कहता उन्होंने फटोफट फड़ के मेरी जेबा शेबा जो फोन शून हर शह लाख शख लवा के जो चीज़ां असीं कहता चेना शेना पईयां सारियां उन्होंने लवा के टेबल ते रखियां, कहता उन्होंने मैनूं लत्त मारी के नसदा हो इत्थों बाहर, कहता मैं बाहर आ गया, कहता मैं बड़ा डर गया कि मैं तो कित्थे फस गया सा, कहता मैं टिकट कराई तो वापस इंग्लैंड आ गया, मैं तोबा की कि हूँ जो मैं इस तरह का काम नहीं करना, कहता बड़ी मेहनत लगी सी मैनू सारा कुछ बनांदियां लेकिन सारे का सारा ही मेरा रुड़ गया क्योंकि मैं चक्करां च आ गया सा, दोस्त मेरे ने मैनू उत्थे फसा दिता, कहता मैनू नहीं सी पता कि वो उत्थे जिहड़ा इस तरह का काम करती है सप्लाई करती है, इस तरह भी हो सकता है अनजान जगह ते रिश्ता करन तो पहला खासकर जिहड़े बाहर रहिंदे ने इन्हां नूं कोशिश करनी चाहिए थोड़ा कंट्रोल करके समझ के फिर रिश्ता करना चाहिए, नहीं कि छाल मार के फटोफट जाके रिश्ता कर लो, कोशिश करो पहला समझ लो, ये नहीं कि वो डॉक्टर है तो वो घर से शादी कर लैनी, हो सकता है तो 2 नंबर काम भी हो सकता है। बाकी अगर है कि मेरी वीडियो तो अच्छी लगी है तो कोशिश कराया करो, लाइक भी कराया करो, कमेंट्स भी कराया करो, सबसक्राइब कर दो तो दिल खुश होता है। बाकी दुआवां च याद रखा करो, अपनी सेहत का ख्याल रखा करो। अल्लाह हाफिज़।